ਪੈਸਟੀਸਾਈਡ ਦੇ ਪ੍ਰਭਾਵਾਂ ਨੂੰ ਲੈ ਕੇ PGI ਤੇ ਪੰਜਾਬੀ ਯੂਨੀਵਰਸਿਟੀ ਨੇ ਇੱਕ ਰਿਸਰਚ ਕਰੀ ਸੀ 2005 ਦੇ ਵਿੱਚ। ਉਹਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਉਹ ਇਹੀ ਸੀਗਾ ਵੀ ਜਿਹੜਾ ਬਠਿੰਡਾ ਬੈਲਟ ਦੇ ਵਿੱਚ ਜੋ ਪੈਸਟੀਸਾਈਡ ਦੇ ਅਸਰ ਸੀਗੇ ਸਿਹਤ 'ਤੇ, ਜਿਹੜਾ ਸਭ ਤੋਂ ਮਾਰੂ ਪੱਖ ਸੀ ਉਹਨਾਂ ਦਾ ਇਹ ਸੀ। ਬਿਮਾਰੀਆਂ ਦਾ ਚਲੋ ਕੈਂਸਰ ਟ੍ਰੇਨ ਹੋਰ ਲੈ ਲਾ ਭੱਬਾ ਹੈ ਉਹ ਹੈ ਸੀਗਾ, ਪਰ ਜਿਹੜਾ ਸਭ ਤੋਂ ਚੌਂਕਾਉਣ ਵਾਲਾ ਪੱਖ ਸੀ ਉਹ ਇਹ ਸੀ, ਇੱਕ ਤਾਂ ਨੌਜਵਾਨੀ ਦੇ ਵਿੱਚ ਸਪਰਮ ਕਾਊਂਟਿੰਗ ਹੈ ਜਿਹੜੀ ਉਹ 40% ਖਤਮ ਹੋ ਚੁੱਕੀ ਹੈ 2005 ਦੇ ਵਿੱਚ। ਜਿਹੜੀ 60 ਬਚੀ ਉਹਦੇ ਵਿੱਚੋਂ 20% ਜਿਹੜੀ ਸੀਗੀ ਉਹ ਐਕਟਿਵ ਪੋਜੀਸ਼ਨ 'ਚ ਨਹੀਂ, ਯਾਨੀ 40 ਰਹਿ ਗਈ। ਹੁਣ ਜੇ ਉੱਥੇ ਉਸੇ ਰਫ਼ਤਾਰ ਨਾਲ ਕੰਮ ਚੱਲਦਾ ਰਹਿੰਦਾ ਹੈ ਤਾਂ ਉਹਨੇ ਲਗਾਤਾਰ ਪਿੱਛੇ ਨੂੰ ਘਟਣਾ ਹੀ ਘਟਣਾ। ਦੂਸਰਾ ਜਿਹੜਾ ਚਮਕਾਉਣ ਵਾਲਾ ਪੱਖ ਸੀ ਉਹ ਇਹ ਸੀ ਵੀ ਜਿਹੜੀ ਮੈਚਿਓਰ ਏਜ ਮੇਲ ਫੀਮੇਲ ਦੀ ਆਪਣੀ 16 ਸਾਲ ਮੰਨੀ ਜਾਂਦੀ ਹੈ। 16 ਸਾਲ ਦੇ ਵਿੱਚ ਤਕਰੀਬਨ ਉਹਨਾਂ ਦੇ ਸਾਰੇ ਅੰਗ ਰੰਗ ਢੰਗ ਜੋ ਹੈਗਾ ਮੈਚਿਓਰ ਹੋ ਜਾਂਦੇ ਆ, ਬੱਚਾ ਮੈਚਿਓਰ ਹੋ ਜਾਂਦਾ। ਉਹ ਫੀਮੇਲ ਦੇ ਵਿੱਚ ਘਟ ਕੇ ਉਹ ਉਮਰ 12 ਸਾਲ ਹੋ ਗਈ, ਮੇਲ ਦੇ ਵਿੱਚ ਵੱਧ ਕੇ ਉਹ 20 ਸਾਲ ਚਲੀ ਗਈ, ਯਾਨੀ ਦੋਨਾਂ ਦਾ ਆਪਸ ਦੇ ਵਿੱਚ 8 ਸਾਲ ਦਾ ਗੈਪ ਪੈ ਗਿਆ। ਭਾਰਤ ਦਾ ਪਹਿਲੇ ਨੰਬਰ ਦਾ ਸੂਬਾ ਅੱਜ 18ਵੇਂ 19ਵੇਂ ਨੰਬਰ 'ਤੇ ਚਲਿਆ ਗਿਆ। ਉਹਦੇ ਪਿੱਛੇ ਕਾਰਨ ਕੀ ਨੇ ਕਦੇ ਨਹੀਂ ਕਿਸੇ ਨੇ ਬੈਠ ਕੇ ਸੋਚਿਆ। ਉਹ ਸਾਰਾ ਕੁਝ ਦੇਖ ਕੇ ਹੀ ਅਸੀਂ ਕੈਮੀਕਲ ਖੇਤੀ ਛੱਡ ਕੇ ਆਰਗੈਨਿਕ ਖੇਤੀ ਸ਼ੁਰੂ ਕੀਤੀ। ਇੱਕ ਪਾਸੇ ਤਾਂ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ, ਉਹਨਾਂ ਦੀ ਫਸਲ ਨਹੀਂ ਵਿਕ ਰਹੀ। ਤੁਹਾਡੀ ਘਰੇ ਬੈਠੇ ਹੀ ਜਿਹੜੇ ਸਾਲ ਪਹਿਲੀ ਬੁਕਿੰਗ ਹੋ ਜਾਂਦੀ ਆ ਉਹ 1900 1950 ਵੇਚਦੇ ਨੇ, ਤੁਹਾਡੀ 5000 'ਚ ਵੀ ਜਿਹੜੀ ਹੈਗਾ ਲਾਈਨ ਲੱਗ ਕੇ ਕਣਕ ਵੇਚ ਰਹੇ। ਅਸੀਂ ਆਪਣੀ ਆਮਦਨ ਵਧਾਉਣ 'ਤੇ ਸਾਡਾ ਟੀਚਾ ਹੈ, ਪਰ ਉਹ ਵੀ ਹੈ ਨਹੀਂ ਵੀ ਅਸੀਂ ਲੋਕਾਂ ਦੀ ਜੇਬ 'ਤੇ ਵੀ ਇੰਨਾ ਬੋਝ ਪਾ ਦਈਏ, ਉਹ ਤਾਂ ਬਰਦਾਸ਼ਤ ਨਾ ਹੋਵੇ। 5000 ਮੇਰਾ ਰੇਟ ਹੈ, ਪਰ ਜੇ ਚੰਡੀਗੜ੍ਹ 'ਚ ਅਸੀਂ ਜਾ ਕੇ ਤੁਸੀਂ ਪਤਾ ਕਰੋਗੇ ਤਾਂ ਉੱਥੇ ਜਿਹੜੇ WhatsApp ਗਰੁੱਪਾਂ ਦੇ ਵਿੱਚ ਮੈਸੇਜ ਆ ਰਹੇ ਨੇ ਉਹ 6000 ਤੋਂ 12000 ਤੱਕ ਦੇ ਨੇ। ਅਤੇ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਪੰਜਾਬ ਨੂੰ ਨਾ 1.5 ਇੰਚ ਧਰਤੀ ਨੇ ਮਾਰ ਲਿਆ। ਤੁਸੀਂ ਕਹੋਗੇ 1.5 ਇੰਚ ਧਰਤੀ ਕੀ ਹੈ? ਸਾਡੀ 1.5 ਇੰਚ ਦੀ ਮੁੱਛ ਹੈ, 1.5 ਇੰਚ ਦਾ ਨੱਕ ਹੈ। ਇਸ ਨੂੰ ਬਚਾਉਂਦੇ ਅਸੀਂ ਖੁਦਕਸ਼ੀਆਂ ਰੱਸੇ ਗਲ ਪਾਉਣੇ ਸ਼ੁਰੂ ਕਰ ਲਏ, ਪਰ ਇਹ ਬਚਿਆ ਹੈ ਨਹੀਂ। ਅਸੀਂ ਉਹੀ ਕੰਮ ਉੱਥੇ ਹੈ, ਉੱਥੇ ਵੀ ਲੋਕ ਅਸੀਂ ਜਦੋਂ ਖਾਣ ਵਾਲਾ ਪੱਖ ਆਉਂਦਾ ਹੈ ਫਿਰ ਉਹ ਦੇਖਦੇ ਆ ਵੀ ਕਬਾੜ ਕਿੱਥੋਂ ਮਿਲ ਜੇ। ਦੇਖਣਗੇ ਵੀ ਘੱਟ ਤੋਂ ਘੱਟ ਰੇਟ ਰੇਹੜੀ 'ਤੇ ਵੀ ਸ਼ਾਮ ਨੂੰ, ਕਿਉਂਕਿ ਅਸੀਂ ਚੰਡੀਗੜ੍ਹ ਵੀ ਦੇਖਦੇ ਹਾਂ ਬਹੁਤ ਕਸਟਮਰ ਇਹੋ ਜਿਹੇ ਹੁੰਦੇ ਨੇ ਜਿਹੜੇ ਬਿਲਕੁਲ ਲਾਸਟ 'ਤੇ ਆਉਂਦੇ ਨੇ। ਪੰਜਾਬ ਸਟਾਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਨੂੰ ਖੇਤੀ ਪ੍ਰਧਾਨ ਦਾ ਸੂਬਾ ਤੇ ਵਜੋਂ ਜਾਣਿਆ ਜਾਂਦਾ ਹੈ, ਪਰ ਦਿਨੋਂ ਦਿਨ ਜੋ ਫਸਲਾਂ ਕੀਟਨਾਸ਼ਕ ਦਵਾਈਆਂ ਨਾਲ ਉਗਾਈਆਂ ਜਾ ਰਹੀਆਂ ਹਨ ਅਤੇ ਉਸ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਹਨ। ਇਸ ਵਕਤ ਅਸੀਂ ਨਾਭਾ ਬਲਾਕ ਦੇ ਪਿੰਡ ਗੁਣੀਕੇ ਵਿਖੇ, ਜਿੱਥੇ ਗੁਰਮੇਲ ਸਿੰਘ ਵੱਲੋਂ ਪਿਛਲੇ 15 ਸਾਲਾਂ ਤੋਂ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ। ਇਸ ਨਾਲ ਜਿੱਥੇ ਖੇਤੀ ਨਾਲ ਜਿੱਥੇ ਇਹਨਾਂ ਨੂੰ ਵਧੀਆ ਮੁਨਾਫਾ ਮਿਲ ਰਿਹਾ ਹੈ, ਉੱਥੇ ਹੀ ਜਿੱਥੇ ਵੱਡੀਆਂ ਵੱਡੀਆਂ ਬਿਮਾਰੀਆਂ ਫੈਲ ਰਹੀਆਂ ਨੇ ਉਸ 'ਤੇ ਵੀ ਠੱਲ ਪਾਈ ਜਾ ਰਹੀ ਹੈ। ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਖੇਤ ਵਿੱਚ ਜਿੱਥੇ ਵੱਖ-ਵੱਖ ਫਸਲਾਂ ਲੱਗੀਆਂ ਹੋਈਆਂ ਨੇ। ਕਣਕ ਦੀ ਫਸਲ ਵੀ ਇਹਨਾਂ ਵੱਲੋਂ ਉਗਾਈ ਗਈ ਸੀ ਅਤੇ ਉਹ ਵੱਢ ਵੀ ਲਈ ਗਈ ਹੈ। ਜੋ ਆਰਗੈਨਿਕ ਖੇਤੀ ਆ ਇਹ ਉਹਨਾਂ ਵੱਲੋਂ ਕਿਉਂ ਕੀਤੀ ਗਈ ਹੈ, ਸਾਡੇ ਨਾਲ ਖੁਦ ਗੁਰਮੇਲ ਸਿੰਘ ਨੇ। ਗੁਰਮੇਲ ਸਿੰਘ ਜੀ, ਇੱਕ ਪਾਸੇ ਤਾਂ ਕਿਸਾਨ ਕੀਟਨਾਸ਼ਕ ਦਵਾਈਆਂ ਨਾਲ ਖੇਤੀ ਕਰ ਰਿਹਾ ਹੈਗਾ, ਤੁਸੀਂ ਆਰਗੈਨਿਕ ਖੇਤੀ ਕਿਉਂ ਚੁਣੀ? ਕਿੱਥੋਂ ਤੁਹਾਨੂੰ ਸੇਧ ਮਿਲੀ? ਸੇਧ ਤਾਂ ਦੇਖੋ, ਜਦੋਂ ਜ਼ਿੰਦਗੀ 'ਚ ਵਿਚਰਦੇ ਆ ਨਾ, ਜੇ ਅਸੀਂ ਖੁੱਲ੍ਹੀ ਅੱਖਾਂ ਨਾਲ ਸਾਡਾ ਆਲਾ ਦੁਆਲਾ ਦੇਖੀਏ ਤਾਂ ਸਾਨੂੰ ਬਹੁਤ ਕੁਛ ਪਤਾ ਲੱਗਦਾ ਵੀ ਸਾਡੇ ਨਾਲ ਵਾਪਰ ਕੀ ਰਿਹਾ। ਸਾਡੀ ਤਰਾਸਦੀ ਪੰਜਾਬ ਦੀ ਇਹੀ ਹੈ ਵੀ ਅਸੀਂ ਉਸ ਵਾਪਰਦੀਆਂ ਹੋਈਆਂ ਘਟਨਾਵਾਂ ਨੂੰ ਅਸੀਂ ਸਟੱਡੀ ਨਹੀਂ ਕਰ ਸਕਦੇ, ਉਹਨਾਂ ਦੀ ਕਰ ਸਕੇ, ਜਾਂ ਉਹਨਾਂ ਵੱਲੋਂ ਅਸੀਂ ਅੱਖਾਂ ਮੀਟ ਰੱਖੀਆਂ ਨੇ ਵੀ ਪੰਜਾਬ ਕਿਸ ਪੋਜੀਸ਼ਨ ਦੇ ਵਿੱਚੋਂ ਚੱਲ ਕੇ ਅਤੇ ਅੱਜ ਕਿਸ ਪੋਜੀਸ਼ਨ ਦੇ ਵਿੱਚ ਪਹੁੰਚ ਚੁੱਕਿਆ। ਭਾਰਤ ਦਾ ਪਹਿਲੇ ਨੰਬਰ ਦਾ ਸੂਬਾ ਅੱਜ 18ਵੇਂ 19ਵੇਂ ਨੰਬਰ 'ਤੇ ਚਲਿਆ ਗਿਆ। ਉਹਦੇ ਪਿੱਛੇ ਕਾਰਨ ਕੀ ਨੇ ਕਦੇ ਨਹੀਂ ਕਿਸੇ ਨੇ ਬੈਠ ਕੇ ਸੋਚਿਆ, ਪਰ ਸਾਨੂੰ ਉਸ ਬਾਰੇ ਕੁਛ ਚਾਨਣ ਹੋਇਆ ਵੀ ਅਸੀਂ ਕਿਸ ਰਸਤੇ 'ਤੇ ਚੱਲੇ ਹਾਂ, ਜੋ ਰਸਤੇ 'ਤੇ ਚੱਲੇ ਕਿੰਨਾ ਕੁ ਠੀਕ ਹੈ, ਜਾਂ ਜੋ ਕੀ ਪ੍ਰਾਪਤੀ ਕੀਤੀ ਕੀ ਉਹ ਸਹੀ ਹੋਈ
ਜੇ ਨਹੀਂ ਹੋਈ ਤਾਂ ਇਹ ਰਸਤੇ 'ਤੇ ਜੇ ਚੱਲਾਂਗੇ ਤਾਂ ਸਾਨੂੰ ਇਹ ਕਿੱਥੇ ਲਿਜਾ ਕੇ ਸਿੱਟੂਗਾ। ਉਹ ਸਾਰਾ ਕੁਝ ਦੇਖ ਕੇ ਹੀ ਅਸੀਂ ਕੈਮੀਕਲ ਖੇਤੀ ਛੱਡ ਕੇ ਆਰਗੈਨਿਕ ਖੇਤੀ ਸ਼ੁਰੂ ਕੀਤੀ। ਇੱਕ ਪਾਸੇ ਤਾਂ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ, ਉਹਨਾਂ ਦੀ ਫਸਲ ਨਹੀਂ ਵਿਕ ਰਹੀ, ਤੁਹਾਡੀ ਘਰੇ ਬੈਠੇ ਹੀ ਜਿਹੜੇ ਸਾਲ ਪਹਿਲੀ ਬੁਕਿੰਗ ਹੋ ਜਾਂਦੀ ਆ ਉਹ 1900 1950 ਵੇਚਦੇ ਨੇ, ਤੁਹਾਡੀ 5000 'ਚ ਵੀ ਜਿਹੜੀ ਹੈਗਾ ਲਾਈਨ ਲੱਗ ਕੇ ਕਣਕ ਵੇਚ ਰਹੇ ਹੋ। ਇਹਦੇ ਵਿੱਚ ਦੋ ਗੱਲਾਂ ਨੇ ਜੀ। ਇੱਕ ਤਾਂ ਇਹ ਹੈ ਵੀ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿੰਨਾ ਚਿਰ ਅਸੀਂ ਮੰਗ ਤੇ ਪੂਰਤੀ ਦਾ ਜੋ ਸਿਧਾਂਤ ਹੈ ਅਸੀਂ ਉਸ ਦੀ ਜਾਣਕਾਰੀ ਨਹੀਂ ਸਾਨੂੰ ਹੁੰਦੀ, ਅਸੀਂ ਐਵੇਂ ਜਿਵੇਂ ਮੰਡੀਆਂ 'ਚ ਰੁਲਾਂਗੇ। ਕਿਉਂਕਿ ਸਾਡੇ ਦਿਮਾਗ 'ਚ ਝਾੜ ਵੜ ਗਿਆ ਵੀ ਝਾੜ ਵਧਾ ਲਓ। ਅਸੀਂ ਕਹਿੰਦੇ ਵੀ ਤੁਸੀਂ ਇਹ ਨਾ ਸੋਚੋ ਵੀ ਝਾੜ ਵਧਾ ਲਓ, ਤੁਸੀਂ ਸੋਚੋ ਵੀ ਅਸੀਂ ਸਾਡੀ ਆਮਦਨ ਕਿਵੇਂ ਵਧੇ। ਆਮਦਨ ਵਧਾਓ, ਝਾੜ ਨਾ ਵਧਾਓ, ਆਮਦਨ ਵਧਾਓ। ਅਸੀਂ ਆਪਣੀ ਆਮਦਨ ਵਧਾਉਣ 'ਤੇ ਸਾਡਾ ਟੀਚਾ ਹੈ, ਪਰ ਉਹ ਵੀ ਹੈ ਨਹੀਂ ਵੀ ਅਸੀਂ ਲੋਕਾਂ ਦੀ ਜੇਬ 'ਤੇ ਵੀ ਇੰਨਾ ਬੋਝ ਪਾ ਦਈਏ, ਉਹ ਤਾਂ ਬਰਦਾਸ਼ਤ ਨਾ ਹੋਵੇ। 5000 ਮੇਰਾ ਰੇਟ ਹੈ, ਪਰ ਜੇ ਚੰਡੀਗੜ੍ਹ 'ਚ ਅਸੀਂ ਜਾ ਕੇ ਤੁਸੀਂ ਪਤਾ ਕਰੋਗੇ ਤਾਂ ਉੱਥੇ ਜਿਹੜੇ WhatsApp ਗਰੁੱਪਾਂ ਦੇ ਵਿੱਚ ਮੈਸੇਜ ਆ ਰਹੇ ਨੇ ਉਹ 6000 ਤੋਂ 12000 ਤੱਕ ਦੇ ਨੇ। ਪਰ ਮੇਰੀ ਇਹ ਨੇਚਰ ਨਹੀਂ ਹੈਗੀ ਵੀ ਜੇ ਕਿਸੇ ਦੀ ਸਪੋਜ਼ ਅਸੀਂ ਸਟੋਰ ਕਰਕੇ ਕੋਈ ਆਈਟਮ ਉਹਦਾ ਮੁਨਾਫਾ ਕਮਾ ਲਓ। ਨਹੀਂ, ਵਾਜਬ ਰੇਟ 'ਤੇ ਚੀਜ਼ ਦਿਓ, ਕੁਆਲਿਟੀ ਦਿਓ। ਜੇ ਲੰਬੇ ਸਮੇਂ ਤੱਕ ਕੰਮ ਕਰਨਾ ਠੀਕ ਹੈ। ਜੇ 12000 ਲੈ ਕੇ ਅਸੀਂ ਕੁਝ ਸਮੇਂ ਵਾਸਤੇ ਪੈਸੇ ਕਮਾਉਣੇ ਕਮਾਏ ਜਾ ਸਕਦੇ ਨੇ, ਪਰ ਉਸ ਤੋਂ ਬਾਅਦ ਸਾਨੂੰ ਕਿੰਨਾ ਕੁ ਚਿਰ ਲੋਕ ਅਫੋਰਡ ਕਰਨਗੇ। ਸਾਰਿਆਂ ਨਾਲੋਂ ਜ਼ਿਆਦਾ ਸਿਹਤ ਜ਼ਰੂਰੀ ਆ। ਕੀਟਨਾਸ਼ਕ ਦਵਾਈਆਂ ਨਾਲ ਅਨੇਕਾਂ ਬਿਮਾਰੀਆਂ ਫੈਲ ਰਹੀਆਂ ਨੇ, ਪਤਾ ਵੀ ਆ ਲੋਕਾਂ ਨੂੰ, ਫਿਰ ਵੀ ਖਾਣ ਨੂੰ ਮਜਬੂਰ ਨੇ। ਤੁਹਾਨੂੰ ਕਿੱਥੇ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਹੈਗੇ ਕਿੱਥੇ ਅਗਿਆਨਤਾ, ਜਿੱਥੇ ਉਹਨਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਹੈਗੀ? ਦੇਖੋ, ਸਮਝ ਸਾਰਾ ਕੁਝ ਹੈਗਾ, ਪਰ ਸਾਡੀ ਮਾਨਸਿਕਤਾ ਜਿਹੜੀ ਹੈਗੀ ਹੈ ਨਾ, ਉਹ ਜੋ ਮੈਂ ਮਹਿਸੂਸ ਕੀਤਾ ਚੰਡੀਗੜ੍ਹ ਜਾ ਕੇ, ਇੱਥੇ ਤਾਂ ਜੋ ਹੋਣਾ ਸੀ ਹੋਣਾ ਹੀ ਸੀ। ਕਿਉਂਕਿ ਚੰਡੀਗੜ੍ਹ ਨੂੰ ਅਸੀਂ ਇੱਕ ਬੜਾ ਹਾਈ ਫਾਈ ਸ਼ਹਿਰ ਮੰਨਦੇ ਹਾਂ। ਇੱਥੇ ਪੜ੍ਹੇ ਲਿਖੇ ਲੋਕ ਨੇ, ਉੱਚੇ ਤਬਕੇ ਨੇ, ਅਤੇ ਉਹਨਾਂ ਦੀ ਸੋਚ ਵੀ ਬੜੀ ਉੱਚੀ ਹੈ। ਪਰ ਉਹ ਉੱਥੇ ਸੋਚ ਕੀ ਹੈ ਜੋ ਤਕਰੀਬਨ ਸਾਰੇ ਹੀ ਹੈ, ਪਿੰਡਾਂ 'ਚ ਵੀ ਉਹੀ ਹੈ, ਸ਼ਹਿਰਾਂ 'ਚ ਵੀ ਉਹੀ ਹੈ, ਚੰਡੀਗੜ੍ਹ ਤਾਂ ਹੈ ਹੀ ਹੈ। ਅਸੀਂ ਲਗਜ਼ੂਰੀਅਸ ਆਈਟਮ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਾਂ। ਉਹ ਅਸੀਂ ਖਰੀਦਣੀ ਆ ਵੀ ਜਿੰਨੀ ਮਹਿੰਗੀ ਤੋਂ ਮਹਿੰਗੀ ਗੱਡੀ ਲੈਣੀ ਆ ਮਹਿੰਗੀ ਲਓ, ਕੱਪੜੇ ਪਾਉਣੇ ਨੇ ਮਹਿੰਗੇ ਲਓ, ਬ੍ਰਾਂਡਡ ਪਾਓ। ਹਾਲਾਂਕਿ ਬ੍ਰਾਂਡਡ ਕੱਪੜੇ ਦੇ ਵਿੱਚ ਸਭ ਤੋਂ ਵੱਧ ਠੱਗੀ ਹੈ, ਕਿਉਂਕਿ ਅਸੀਂ ਲੋਕ ਦਿਖਾਵਾ ਕਰਨਾ ਕਿ ਮੇਰੇ ਕੋਲ ਇੰਨੀ ਵੱਡੀ ਗੱਡੀ ਹੈ, ਮੇਰੇ ਇਹੋ ਜਿਹੇ ਕੱਪੜੇ ਨੇ, ਇਹੋ ਜਿਹੇ ਮੇਰੇ ਬੂਟ ਨੇ 10,000 ਦੇ। ਅਤੇ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਪੰਜਾਬ ਨੂੰ ਨਾ 1.5 ਇੰਚ ਧਰਤੀ ਨੇ ਮਾਰ ਲਿਆ। ਤੁਸੀਂ ਕਹੋਗੇ 1.5 ਇੰਚ ਧਰਤੀ ਕੀ ਹੈ? ਸਾਡੀ 1.5 ਇੰਚ ਦੀ ਮੁੱਛ ਹੈ, 1.5 ਇੰਚ ਦਾ ਨੱਕ ਹੈ। ਇਸ ਨੂੰ ਬਚਾਉਂਦੇ ਅਸੀਂ ਖੁਦਕਸ਼ੀਆਂ ਰੱਸੇ ਗਲ ਪਾਉਣੇ ਸ਼ੁਰੂ ਕਰ ਲਏ, ਪਰ ਇਹ ਬਚਿਆ ਹੈ ਨਹੀਂ। ਅਸੀਂ ਉਹੀ ਕੰਮ ਉੱਥੇ ਹੈ। ਉੱਥੇ ਵੀ ਲੋਕ, ਅਸੀਂ ਜਦੋਂ ਖਾਣ ਵਾਲਾ ਪੱਖ ਆਉਂਦਾ ਹੈ ਫਿਰ ਉਹ ਦੇਖਦੇ ਆ ਵੀ ਕਬਾੜ ਕਿੱਥੋਂ ਮਿਲ ਜੇ। ਦੇਖਣਗੇ ਵੀ ਘੱਟ ਤੋਂ ਘੱਟ ਰੇਟ ਰੇਹੜੀ 'ਤੇ ਵੀ ਸ਼ਾਮ ਨੂੰ, ਕਿਉਂਕਿ ਅਸੀਂ ਚੰਡੀਗੜ੍ਹ ਵੀ ਦੇਖਦੇ ਹਾਂ ਬਹੁਤ ਕਸਟਮਰ ਇਹੋ ਜਿਹੇ ਹੁੰਦੇ ਨੇ ਜਿਹੜੇ ਬਿਲਕੁਲ ਲਾਸਟ 'ਤੇ ਆਉਂਦੇ ਨੇ ਵੀ ਹੋ ਸਕਦਾ ਸਾਨੂੰ 2 ਰੁਪਏ ਸਸਤਾ ਮਿਲ ਜੇ। ਪਰ ਅਸੀਂ ਉੱਥੇ ਸਾਰਿਆਂ ਨੇ ਬੈਠ ਕੇ ਆਪਣਾ ਉਹ ਕਰਿਆ ਹੋਇਆ ਵੀ ਅਸੀਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਸੀਜ਼ਨ ਦੇ ਸ਼ੁਰੂ ਤੋਂ ਲੈ ਕੇ ਸੀਜ਼ਨ ਦੇ ਐਂਡ ਤੱਕ ਇੱਕੋ ਹੀ ਰੇਟ ਰੱਖਣਾ। ਮਾਰਕੀਟ ਦੇ ਵਿੱਚ ਜਿੰਨਾ ਮਰਜ਼ੀ ਉੱਚਾ ਹੋ ਜੇ ਅਤੇ ਜਿੰਨਾ ਮਰਜ਼ੀ ਥੱਲੇ ਆ ਜੇ, ਅਸੀਂ ਰੇਟ ਨਾਲ ਆਪਣੇ ਨਾਲ ਛੇੜਖਾਨੀ ਨਹੀਂ ਕਰਦੇ ਪੂਰਾ ਸੀਜ਼ਨ। ਇੱਕ ਤੁਸੀਂ ਰਿਸਰਚ ਦੀ ਗੱਲ ਕੀਤੀ ਸੀ, PGI ਅਤੇ ਯੂਨੀਵਰਸਿਟੀ ਵੱਲੋਂ ਰਿਸਰਚ ਕੀਤੀ ਗਈ ਸੀ, ਜਿਹੜੀ ਹੈਗੇ ਕਿਸ ਵਿਸ਼ੇ ਨੂੰ ਲੈ ਕੇ ਕੀਤੀ, ਅਜੇ ਤੱਕ ਉਹ ਬਾਹਰ ਹੀ ਨਹੀਂ ਕੱਢੀ ਗਈ। ਪੈਸਟੀਸਾਈਡ ਦੇ ਪ੍ਰਭਾਵਾਂ ਨੂੰ ਲੈ ਕੇ PGI ਅਤੇ ਪੰਜਾਬੀ ਯੂਨੀਵਰਸਿਟੀ ਨੇ ਇੱਕ ਰਿਸਰਚ ਕਰੀ ਸੀ 2005 ਦੇ ਵਿੱਚ। ਇੱਧਰ ਨਰਮਾ ਬੈਲਟ ਰੱਖੀ ਗਈ ਰਿਸਰਚ ਦਾ, ਉਹਨਾਂ ਨੇ ਜਿਹੜਾ ਧੁਰਾ ਰੱਖਿਆ। ਦੂਸਰੇ ਪਾਸੇ ਅਨੰਦਪੁਰ ਸਾਹਿਬ ਦੀ ਬੈਲਟ ਰੱਖੀ ਗਈ, ਕਿਉਂਕਿ ਇੱਧਰ ਪੈਸਟੀਸਾਈਡ ਬੜਾ ਘੱਟ ਵਰਤਿਆ ਜਾ ਰਿਹਾ ਸੀ ਉਹਨਾਂ ਦਿਨਾਂ 'ਚ, ਅਤੇ ਇੱਧਰ ਬੜਾ ਜ਼ਿਆਦਾ ਵਰਤਿਆ ਜਾਂਦਾ ਸੀ। ਉਹਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਲੱਗਿਆ, ਚਲੋ ਇਹ ਤਾਂ ਸਰਕਾਰਾਂ ਦੇ ਕੰਮ ਹੁੰਦੇ ਨੇ ਵੀ ਕੀ ਰਿਪੋਰਟ ਲੀਕ ਕਰਨੀ ਹੈ ਕੀ ਨਹੀਂ ਕਰਨੀ, ਹੈ ਨਾ। ਜਿਵੇਂ ਆ ਬਰਗਾੜੀ ਕਾਂਡ ਦੀ ਰਿਪੋਰਟ ਠੱਪ ਕਰਤੀ ਇਹਨਾਂ ਨੇ, ਅਤੇ ਉਹਨੂੰ ਵੀ ਅਸਤੀਫਾ ਦੇਣਾ ਪੈ ਗਿਆ ਕੁੰਵਰ ਨੂੰ। ਉਸੇ ਤਰ੍ਹਾਂ ਹੀ ਉਹ ਰਿਪੋਰਟ ਵੀ ਠੱਪ ਹੈ, ਅਜੇ ਤੱਕ ਉਹ ਜਨਤਕ ਨਹੀਂ ਹੋਈ। ਉਹਦੇ ਵਿੱਚੋਂ ਕੁਛ ਅੰਸ਼ ਚਲੋ ਪਤਾ ਲੱਗ ਜਾਂਦਾ। ਬਾਹਰ ਲੀਕੇਜ ਤਾਂ ਦੇਖੋ ਹੋ ਜਾਂਦੀ ਹੈ, ਜਿੰਨੀ ਮਰਜ਼ੀ ਤੁਸੀਂ ਸੀਕਰੇਸੀ ਰੱਖੋ, ਕੁਛ ਨਾ ਕੁਛ ਭੇਦ ਬਾਹਰ ਆ ਜਾਂਦੇ ਹੈ। ਉਹਦੇ ਵਿੱਚੋਂ ਜੋ ਸਾਨੂੰ ਪਤਾ ਲੱਗਿਆ ਉਹ ਇਹੀ ਸੀਗਾ ਵੀ ਜਿਹੜਾ ਬਠਿੰਡਾ ਬੈਲਟ ਦੇ ਵਿੱਚ ਜੋ ਪੈਸਟੀਸਾਈਡ ਦੇ ਅਸਰ ਸੀਗੇ ਸਿਹਤ 'ਤੇ, ਜਿਹੜਾ ਸਭ ਤੋਂ ਮਾਰੂ ਪੱਖ ਸੀ ਉਹਨਾਂ ਦਾ ਇਹ ਸੀ। ਬਿਮਾਰੀਆਂ ਦਾ ਚਲੋ ਕੈਂਸਰ ਟ੍ਰੇਨ ਹੋਰ ਲੈ ਲਾ ਭੱਬਾ ਹੈ, ਉਹ ਹੈ ਸੀਗਾ, ਪਰ ਜਿਹੜਾ ਸਭ ਤੋਂ ਚੌਂਕਾਉਣ ਵਾਲਾ
ਪੱਖ ਸੀ ਉਹ ਇਹ ਸੀ, ਇੱਕ ਤਾਂ ਨੌਜਵਾਨੀ ਦੇ ਵਿੱਚ ਸਪਰਮ ਕਾਊਂਟਿੰਗ ਹੈ ਜਿਹੜੀ ਉਹ 40% ਖਤਮ ਹੋ ਚੁੱਕੀ ਹੈ 2005 ਦੇ ਵਿੱਚ। ਜਿਹੜੀ 60 ਬਚੀ ਉਹਦੇ ਵਿੱਚੋਂ 20% ਜਿਹੜੀ ਸੀਗੀ ਉਹ ਐਕਟਿਵ ਪੋਜੀਸ਼ਨ 'ਚ ਨਹੀਂ, ਯਾਨੀ 40 ਰਹਿ ਗਈ। ਹੁਣ ਜੇ ਉੱਥੇ ਉਸੇ ਰਫ਼ਤਾਰ ਨਾਲ ਕੰਮ ਚੱਲਦਾ ਰਹਿੰਦਾ ਹੈ ਤਾਂ ਉਹਨੇ ਲਗਾਤਾਰ ਪਿੱਛੇ ਨੂੰ ਘਟਣਾ ਹੀ ਘਟਣਾ। ਦੂਸਰਾ ਜਿਹੜਾ ਚਮਕਾਉਣ ਵਾਲਾ ਪੱਖ ਸੀ ਉਹ ਇਹ ਸੀ ਵੀ ਜਿਹੜੀ ਮੈਚਿਓਰ ਏਜ ਮੇਲ ਫੀਮੇਲ ਦੀ ਆਪਣੀ 16 ਸਾਲ ਮੰਨੀ ਜਾਂਦੀ ਹੈ। 16 ਸਾਲ ਦੇ ਵਿੱਚ ਤਕਰੀਬਨ ਉਹਨਾਂ ਦੇ ਸਾਰੇ ਅੰਗ ਰੰਗ ਢੰਗ ਜੋ ਹੈਗਾ ਮੈਚਿਓਰ ਹੋ ਜਾਂਦੇ ਆ, ਬੱਚਾ ਮੈਚਿਓਰ ਹੋ ਜਾਂਦਾ। ਉਹ ਫੀਮੇਲ ਦੇ ਵਿੱਚ ਘਟ ਕੇ ਉਹ ਉਮਰ 12 ਸਾਲ ਹੋ ਗਈ, ਮੇਲ ਦੇ ਵਿੱਚ ਵੱਧ ਕੇ ਉਹ 20 ਸਾਲ ਚਲੀ ਗਈ, ਯਾਨੀ ਦੋਨਾਂ ਦਾ ਆਪਸ ਦੇ ਵਿੱਚ 8 ਸਾਲ ਦਾ ਗੈਪ ਪੈ ਗਿਆ। ਜਿਹਨੇ ਅੱਜ ਜੋ ਸਾਡੇ ਸਮਾਜ ਦੇ ਵਿੱਚ ਅਸੀਂ ਵਰਤਾਰਾ ਦੇਖ ਰਹੇ ਹਾਂ, ਕਿੰਨੇ ਤਲਾਕਾਂ ਦੇ ਕੇਸ ਚੱਲ ਰਹੇ ਨੇ, ਬੱਚੇ ਨਹੀਂ ਹੋ ਰਹੇ, ਉਹਦਾ ਸਾਰੇ ਦਾ ਰੀਜ਼ਨ ਉਹ ਇਹੀ ਹੈ ਵੀ ਸਾਡੀ ਜਿਹੜੀ ਰੀਪਰੋਡਕਟਿਵਿਟੀ ਸੀਗੀ ਪਾਵਰ ਉਹ ਖਤਮ ਹੋ ਚੱਲੀ ਹੈ। ਇਸੇ ਕਰਕੇ ਤੁਸੀਂ ਦੇਖਦੇ ਹੋ ਹਰੇਕ ਸ਼ਹਿਰਾਂ ਦੇ ਵਿੱਚ ਜਿਹੜੇ ਆ ਫਰਟੀਲਿਟੀ ਸੈਂਟਰ ਖੁੱਲ੍ਹ ਰਹੇ ਨੇ, ਹਰੇਕ ਸ਼ਹਿਰ ਦੇ ਵਿੱਚ, ਨਾਭੇ ਵਰਗੇ ਸ਼ਹਿਰਾਂ 'ਚ ਵੀ ਆ ਗਏ। ਉਹਦਾ ਮੇਨ ਰੀਜ਼ਨ ਇਹੀ ਹੈ ਵੀ ਸਾਡਾ ਉਹ ਜਿਹੜਾ ਉਹ ਰਿਪੋਰਟ ਦੱਸ ਰਹੀ ਸੀ ਉਦੋਂ, ਰਿਜ਼ਲਟ ਤਾਂ ਉਹਦੇ ਉਦੋਂ ਹੀ ਆਉਣੇ ਸ਼ੁਰੂ ਹੋ ਗਏ ਸੀ, ਪਰ ਅੱਜ ਉਹ ਬੜੇ ਖਤਰਨਾਕ ਹਾਲਤ ਨੇ। ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਜ਼ਿਆਦਾ ਹੋਣਗੇ ਜੇ ਅਸੀਂ ਨਹੀਂ ਸੰਭਲਾਂਗੇ। ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ? ਕਿਉਂ ਇੱਕ ਪਾਸੇ ਦਾ ਕੀਟਨਾਸ਼ਕ ਦੇ ਜਿਹੜੇ ਹੈਗੇ ਦੌੜ ਲੱਗੀ ਪਈ ਆ ਵੀ ਆਪਾਂ ਸਪਰੇਹਾਂ ਕਰੀਏ, ਤੁਸੀਂ ਔਰਗੈਨਿਕ ਖੇਤੀ ਕਰਿਆ, ਤੁਸੀਂ ਲਾਸਟ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ? ਦੇਖੋ, ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੂੰਗਾ ਵੀ ਜੇ ਅਸੀਂ ਅੱਜ ਜੋ ਪੋਜੀਸ਼ਨ ਹੈਗੀ ਪੰਜਾਬ ਦੀ, ਕਰਜ਼ੇ ਦੇ ਪੱਖ ਤੋਂ, ਬਿਮਾਰੀ ਦੇ ਪੱਖ ਤੋਂ, ਸਮਾਜਿਕ ਪੱਖ ਤੋਂ, ਧਾਰਮਿਕ ਪੱਖ ਤੋਂ, ਸੋਚ ਦੇ ਪੱਖ ਤੋਂ, ਅਤੇ ਸਾਡਾ ਜਿਹੜਾ ਜੋ ਵਿਰਸੇ ਦੇ ਵਿੱਚ ਸਾਡਾ ਨਰੋਆਪਣ ਸੀਗਾ, ਸਾਡਾ ਸਿਹਤ ਸੀ ਪੰਜਾਬੀਆਂ ਦੀ, ਉਸ ਪੱਖ ਤੋਂ ਜੇ ਅਸੀਂ ਉਹਨੂੰ ਦੁਬਾਰਾ ਬਹਾਲ ਕਰਨਾ, ਅਸੀਂ ਆਪਣੇ ਕੁਦਰਤੀ ਸੋਮੇ ਬਚਾ ਕੇ ਅਸੀਂ ਆਉਣ ਵਾਲੀਆਂ ਨਸਲਾਂ ਲਈ, ਜਿਵੇਂ ਗੁਰੂ ਗ੍ਰੰਥ ਸਾਹਿਬ ਸਾਨੂੰ ਸੰਦੇਸ਼ ਦਿੰਦਾ ਹੈ ਵੀ ਤੁਸੀਂ ਇਸ ਢੰਗ ਨਾਲ ਜ਼ਿੰਦਗੀ ਜਿਉਵੋ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਜਿਹੜੇ ਕੁਦਰਤੀ ਸੋਮੇ ਕੁਦਰਤ ਨੇ ਸਾਨੂੰ ਦਿੱਤੇ ਨੇ ਉਹ ਓਨੇ ਹੀ ਅਤੇ ਉਵੇਂ ਦੇ ਹੀ ਮਿਲਣ ਜਿਵੇਂ ਅੱਜ ਸਾਨੂੰ ਮਿਲੇ ਹੋਏ ਨੇ। ਕਿਉਂਕਿ ਇਸੇ ਦੇ ਵਿੱਚ ਹੀ ਇਸ ਬ੍ਰਹਿਮੰਡ ਨੂੰ ਚਲਾਉਣ ਦਾ ਮਕਸਦ ਛੁਪਿਆ ਅਤੇ ਉਸ ਬ੍ਰਹਿਮੰਡ ਦੇ ਵਿੱਚ ਇਸ ਮਨੁੱਖ ਨੂੰ ਰਹਿਣ ਦਾ ਵੀ ਰਹੱਸ ਇਹਦੇ ਵਿੱਚ ਹੀ ਛੁਪਿਆ। ਜੇ ਅਸੀਂ ਇਹਨੂੰ ਨਹੀਂ ਕਰਦੇ ਤਾਂ ਫਿਰ ਅਸੀਂ ਆਪਣੀ ਖੁਦਕਸ਼ੀ ਦੇ ਜਾਂ ਬਰਬਾਦੀ ਦੇ ਆਪ ਜ਼ਿੰਮੇਵਾਰ ਹਾਂ। ਹੁਣ ਅਸੀਂ ਗੁਰਬਾਣੀ ਦੇ ਮੁਤਾਬਕ ਚੱਲ ਕੇ ਅਸੀਂ ਆਪਣਾ ਕੁਦਰਤੀ ਖੇਤੀ ਵੱਲ ਆਈਏ ਅਤੇ ਮੈਨੂੰ ਲੱਗਦਾ ਨਹੀਂ, ਮੇਰਾ ਯਕੀਨ ਹੈ ਵੀ ਜੇ ਪੰਜਾਬ ਇਸ ਪਾਸੇ ਆ ਜਾਵੇ ਤਾਂ ਇਹ ਸਾਰੀਆਂ ਬਿਮਾਰੀਆਂ ਤੋਂ, ਸਾਰੇ ਕਰਜ਼ਿਆਂ ਤੋਂ, ਸਾਰੇ ਕਾਸੇ ਤੋਂ ਮੁਕਤ ਬੜੇ ਆਰਾਮ ਨਾਲ ਹੋ ਸਕਦਾ। ਪਰ ਉਹਦੇ ਵਿੱਚ ਇਹ ਹੈ ਵੀ ਜਦੋਂ ਅਸੀਂ ਕੋਈ ਪ੍ਰਾਪਤੀ ਕਰਨੀ ਹੈ ਤਾਂ ਉਸ ਦੇ ਪਿੱਛੇ ਸਾਨੂੰ ਕੁਛ ਦੇਣਾ ਵੀ ਪੈਂਦਾ। ਉਹਦਾ ਰੂਪ ਕੀ ਹੈ? ਉਹ ਪੈਸੇ 'ਚ ਵੀ ਹੋ ਸਕਦਾ, ਮਿਹਨਤ ਦੇ ਰੂਪ 'ਚ ਵੀ ਹੋ ਸਕਦਾ, ਜਾਂ ਕਿਸੇ ਹੋਰ ਰੂਪ 'ਚ ਵੀ, ਪਰ ਸਾਨੂੰ ਉਸ ਪ੍ਰਾਪਤੀ ਵਾਸਤੇ ਸਾਨੂੰ ਮਿਹਨਤ ਦੇ ਰੂਪ 'ਚ ਉਹਦਾ ਇਵਜ਼ ਦੇਣਾ ਪੈਣਾ। ਕੋਈ ਵੱਡੀ ਗੱਲ ਨਹੀਂ ਵੀ ਪੰਜਾਬ ਉਸ 'ਚੋਂ ਨਿਕਲ ਨਾ ਸਕੇ, ਪਰ ਸਾਨੂੰ ਇਸ ਪਾਸੇ ਆਉਣਾ ਪਊਗਾ ਤਾਂ ਨਿਕਲਾਂਗੇ। ਇਹ ਸਨ ਕਿਸਾਨ ਗੁਰਮੇਲ ਸਿੰਘ, ਉਹਨਾਂ ਦੇ ਬੇਟੇ ਨੇ, ਉਹਨਾਂ ਨਾਲ ਗੱਲ ਕਰਦੇ ਹੋ। ਕੀ ਨਾਮ ਹੈ ਜੀ ਆਪਣਾ? ਇੰਦਰਜੀਤ ਸਿੰਘ। ਇੰਦਰਜੀਤ ਜੀ, ਤੁਸੀਂ ਜਿਹੜੇ ਹੈਗਾ ਖੇਤਾਂ ਵਿੱਚ ਮਿਹਨਤ ਤਾਂ ਕਰਦੇ ਹੋ ਅਤੇ ਚੰਡੀਗੜ੍ਹ ਵੀ ਜਾਂਦੇ ਹੋ, ਤੁਸੀਂ ਪੂਰੀ ਮਿਹਨਤ ਕਰਦੇ ਹੋ, ਮੱਕੀ ਦੀ ਰੋਟੀ, ਸਰੋਂ ਦਾ ਸਾਗ ਸਰਦੀਆਂ ਨੂੰ, ਜਿਹੜਾ ਹੈਗਾ ਚੰਡੀਗੜ੍ਹ ਦੇ ਲੋਕ ਸ਼ਾਇਦ ਤਰਸਦੇ ਨੇ, ਉੱਥੇ ਉਹਨਾਂ ਨੂੰ ਮਿਲਦਾ ਨਹੀਂ। ਕਿਸ ਤਰ੍ਹਾਂ ਦੇਖਦੇ ਹੋ ਉੱਥੇ ਕਿੰਨੀਆਂ ਕੁ ਲਾਈਨਾਂ ਲੱਗਦੀਆਂ ਨੇ? ਲਾਈਨਾਂ ਤਾਂ ਜੀ ਉੱਥੇ ਜਦੋਂ ਸ਼ੁਰੂ ਕਰਿਆ ਉਦੋਂ ਤਾਂ ਤਕਰੀਬਨ ਥੋੜ੍ਹੀ 20-30 ਥਾਲੀਆਂ ਲੱਗਦੀਆਂ ਸੀ, ਅਤੇ ਹੌਲੀ ਹੌਲੀ ਜਦੋਂ ਵੱਧਦਾ ਗਿਆ, ਲੋਕਾਂ ਨੂੰ ਪਤਾ ਲੱਗੀ ਗਿਆ, ਫਿਰ ਲਾਈਨ ਲੱਗਣ ਲੱਗੀ। ਤਕਰੀਬਨ ਅੱਧਾ ਪੌਣਾ ਘੰਟਾ ਰੁਕ ਕੇ ਅਗਲੇ ਨੂੰ ਵਾਰੀ ਆਉਂਦੀ ਸੀ, ਅਤੇ ਉਸ ਤੋਂ ਹੁਣ ਅੱਗੇ ਵਧੀ ਜਾਂਦੇ ਆ ਜੀ ਕੰਮ। ਤੁਹਾਡਾ ਵੀ ਤਜਰਬਾ ਕਾਫੀ ਹੋ ਗਿਆ ਹੋਣਾ, ਜਿਵੇਂ ਨੌਜਵਾਨ ਪੀੜ੍ਹੀ ਦੌੜ ਲੱਗੀ ਪਈ ਆ ਵੀ ਵਿਦੇਸ਼ਾਂ 'ਚ ਹੀ ਜਾਣਾ ਗਾ, ਤੁਹਾਡਾ ਕੀ ਮੈਸੇਜ ਆ ਉਹਨਾਂ ਨੂੰ? ਮੈਸੇਜ ਇਹੀ ਆ ਵੀ ਬਾਹਰ ਜਾ ਕੇ ਵੀ ਆਪਾਂ ਕੰਮ ਹੀ ਕਰਨਾ ਜੀ, ਅਤੇ ਉਹੀ ਇੱਥੇ ਆਪਣੇ ਖੇਤ ਦੇ ਵਿੱਚ ਹੀ ਕੰਮ ਕਰ ਲਿਆ ਜਾਵੇ ਤਾਂ ਉਹ ਬਿਹਤਰ ਆ। ਕਿਉਂਕਿ ਦੂਜੇ ਦੇ ਖੇਤ ਦੇ ਵਿੱਚ ਕੰਮ ਕਰਨਾ ਔਖਾ ਹੁੰਦਾ ਨੌਕਰ ਦੇ ਤੌਰ 'ਤੇ, ਅਤੇ ਇੱਥੇ ਆਪਣਾ ਮਾਲਕ ਦੇ ਤੌਰ 'ਤੇ ਕੰਮ ਕਰੋ ਆਪਣੇ ਖੇਤ ਦੇ ਵਿੱਚ, ਉਹ ਬਾਹਰ ਜਾਣ ਨੂੰ ਇੱਥੇ ਵਧੀਆ ਹੈ। ਫਿਰ ਜਿਵੇਂ ਪਿੰਡ ਵਿੱਚ ਕਰਦੇ ਹੋ ਤਾਂ ਸਿਰਫ ਤੁਸੀਂ ਕਰ ਰਹੇ ਹੋਗੇ ਅਜੇ ਤੱਕ, ਅਜੇ ਤੁਹਾਡੇ ਪਿੱਛੇ ਕੋਈ ਨਹੀਂ ਆਇਆ ਵੀ ਅਸੀਂ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੰਮ ਕਰਨਾ ਗਾ,
ਕਿਤੇ ਨਾ ਕਿਤੇ ਲੱਗਦਾ ਵੀ ਅਜੇ ਤੱਕ ਵੀ ਲੋਕ ਐਸ ਪ੍ਰਸਤੀ ਦੀ ਐਸ ਜੀਣ ਲਈ ਤਿਆਰ ਨੇ, ਮਿਹਨਤ ਕਰਨ ਨੂੰ ਬਿਲਕੁਲ ਰਾਜੀ ਨਹੀਂ ਹੈਗੇ। ਹਾਂਜੀ, ਇਹਦੇ ਵਿੱਚ ਖੇਤੀ ਦੇ ਵਿੱਚ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਹੱਥੀਂ ਕਿਰਤ ਕਰਨੀ ਪੈਂਦੀ ਹੈ। ਅਤੇ ਅੱਜ ਕੱਲ੍ਹ ਦੇ ਨੌਜਵਾਨ ਨੇ ਜਿਹੜੇ ਹੱਥੀਂ ਕਿਰਤ ਕਰਨ ਤੋਂ ਥੋੜ੍ਹਾ ਜਿਹਾ ਚੱਲਦੇ ਨੇ, ਐਸ ਪ੍ਰਸਤੀ ਵੱਲ ਜ਼ਿਆਦਾ ਉਹਨਾਂ ਦਾ ਰੁਝਾਨ ਹੋਇਆ। ਇਸ ਕਰਕੇ ਹਜੇ ਇਸ ਲਾਈਨ ਦੇ ਵਿੱਚ ਕੋਈ ਸਾਨੂੰ ਦੇਖ ਕੇ ਵੀ ਨਹੀਂ ਕੋਈ ਇੱਧਰ ਆ ਰਿਹਾ ਹੈਗਾ। ਤੁਸੀਂ ਦੇਖਿਆ ਗੁਰਮੇਲ ਸਿੰਘ ਉਹਨਾਂ ਦੇ ਜਿਹੜੇ ਹੈਗਾ ਬੇਟੇ ਨੇ ਗੱਲਬਾਤ ਕੀਤੀ। ਗੁਰਮੇਲ ਸਿੰਘ ਦਾ ਇਹੀ ਕਹਿਣਾ ਕਿ ਜਿੰਨਾ ਚਿਰ ਅਸੀਂ ਆਰਗੈਨਿਕ ਖੇਤੀ ਨਹੀਂ ਕਰਦੇ ਉਨਾ ਚਿਰ ਨੌਜਵਾਨ ਪੀੜ੍ਹੀ ਨੂੰ ਬਚਾ ਨਹੀਂ ਸਕਦੇ, ਕਿਉਂਕਿ ਦਿਨੋਂ ਦਿਨ ਜੋ ਬਿਮਾਰੀਆਂ ਦਾ ਕਾਰਨ ਆ ਕੀਟਨਾਸ਼ਕ ਦਵਾਈਆਂ ਜੋ ਫਸਲਾਂ 'ਤੇ ਛਿੜਕਾਅ ਹੋ ਰਹੀਆਂ ਨੇ ਉਸ ਨਾਲ ਬਿਮਾਰੀਆਂ ਵੀ ਵੱਧ ਰਹੀਆਂ ਨੇ। ਨਾਭਾ ਤੋਂ ਭੁਪਿੰਦਰ ਸਿੰਘ, ਪੰਜਾਬ ਸਟਾਰ ਨਿਊਜ਼ ਲਈ।